ਇੰਦਰਜੀਤ ਜੀ ਜਿਹੜਾ ਪੈਸਾ ਕਿੱਥੋਂ ਆਏਗਾ ਕਿਉਂਕਿ ਤਨਖਾਹਾਂ ਦੇਣੀਆਂ ਕਿਤੇ ਭਰਤੀ ਇੱਕ ਪਾਸੇ ਭਰਤੀ ਕਰ ਰਹੇ ਆ ਤੇ ਦੂਜੇ ਪਾਸੇ ਜਿਹੜੀਆਂ ਤਨਖਾਹਾਂ ਦੇਣੀਆਂ ਜਿਹੜਾ ਬੋਝ ਪੈਣਾ ਹੈ ਉਸ ਤਰੀਕੇ ਉਹਨੂੰ ਕਿਵੇਂ ਦੇਖਦੇ ਹੋ? ਇਹਨਾਂ ਨੂੰ ਆਪਾਂ ਬਜਟ ਨਾਲ ਜੋੜੀਏ ਕਿ ਬਜਟ ਇਜਾਜ਼ਤ ਦੇਗਾ ਫੇਰ ਹੀ ਪੱਕੇ ਕਰਾਂਗੇ। ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲ ਸਕਦੀਆਂ। ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਬਾਰੇ ਕੀ ਹੋਵੇ ਕਿਉਂਕਿ ਵਿਜੀਲੈਂਸ ਨੇ ਉਧਰ ਵੀ ਕਹਿ ਦਿੱਤਾ ਹੈ ਕਿ ਆਮਦਨ ਤੋਂ ਵੱਧ ਸੰਪत्ति ਨੂੰ ਲੈ ਕੇ ਉਹਨਾਂ ਨੇ ਵੀ ਜਾਂਚ ਵਿੱਢ ਦਿੱਤੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਵੀ ਭ੍ਰਿਸ਼ਟਾਚਾਰ ਕਰੇਗਾ ਉਹਦੇ ਤੇ ਕਾਰਵਾਈ ਹੋ ਰਹੀ ਹੈ। 6000 ਮੁਲਾਜ਼ਮ ਪੱਕੇ ਕਰਨ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦੀ ਪ੍ਰਕਿਰਿਆ ਹੁਣ ਮੁਕੰਮਲ ਹੋ ਚੁੱਕੀ ਹੈ। ਜਿਵੇਂ 8736 ਮੁਲਾਜ਼ਮਾਂ ਦੀ ਇੱਕ ਸੀ, ਇਸੇ ਤਰੀਕੇ ਨਾਲ 6000 ਮੁਲਾਜ਼ਮਾਂ ਦੀ ਜਿਹੜੀ ਪੱਕੀ ਜਿਹੜੀ ਹੁਣ ਅਗਲੇ ਦਿਨਾਂ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਕਲੀਅਰ ਹੋਵੇਗਾ। ਮੇਰਾ ਸਵਾਲ ਇਹ ਹੈ ਕਿ ਜਿਹੜੇ ਕਾਰਵਾਈ ਕਰ ਰਹੇ ਨੇ ਇਸ ਟਾਈਮ ਉਹੀ ਲੋਕ ਹੁੰਦੇ ਨੇ ਜਦੋਂ ਉਹਨਾਂ ਦੇ ਨਾਲ ਰਲੇ ਹੁੰਦੇ ਨੇ, ਉਹਨਾਂ ਦੇ ਨਾਲ ਖੜੇ ਹੁੰਦੇ ਨੇ, ਉਹੀ ਸਿਸਟਮ ਹੁੰਦਾ ਕਿਉਂਕਿ ਸਿਆਸਤ ਸਰਕਾਰਾਂ ਬਦਲ ਜਾਂਦੀਆਂ, ਸਿਸਟਮ ਤਾਂ ਉਹੀ ਹੈ ਨਾ। ਉਦੋਂ ਕੇਸ ਨਿਕਲਦੇ ਨੇ ਜਦੋਂ ਸਰਕਾਰ 'ਚ ਨਹੀਂ ਹੁੰਦੇ। ਇਹਦਾ ਮਤਲਬ 5 ਸਾਲ ਤਾਂ ਮਿੱਟੀ ਪਾ ਕੇ ਰੱਖੀ ਗਈ। ਔਰ ਜਿਹਨੇ ਕਰਨਾ ਹੈ ਉਹਨੂੰ ਕੰਮ ਕਰਨ ਦੀ ਤਾਕਤ ਵੀ ਦੇਣੀ ਚਾਹੀਦੀ ਹੈ। ਇਸ ਕਰਕੇ ਜਦੋਂ ਵਿਜੀਲੈਂਸ ਆਜ਼ਾਦਾਨਾ ਢੰਗ ਨਾਲ ਕੰਮ ਕਰ ਰਹੀ ਹੈ ਤਾਂ ਨਤੀਜੇ ਵੀ ਚੰਗੇ ਆ ਰਹੇ ਨੇ। ਪਹਿਲਾਂ ਜਦੋਂ ਮਾਨ ਸਾਹਿਬ ਜਦੋਂ ਵਿਰੋਧੀ ਧਿਰ ਸੀਗੇ ਉਦੋਂ ਤਾਂ ਇਹੀ ਕਹਿੰਦੇ ਸੀ ਕਿ ਪੰਜਾਬ 'ਚ ਧਰਨੇ ਬਹੁਤ ਲੱਗਦੇ, ਪਰ ਸਰਕਾਰ ਵੀ ਬਦਲ ਗਈ, ਧਰਨੇ ਅੱਜ ਵੀ ਉਸੇ ਤਰੀਕੇ ਨਾਲ ਹੈ। ਮੇਰੇ ਖਿਆਲ 'ਚ ਉਹਨਾਂ ਦੀ ਟਰਮ ਜਿੰਨੀ ਛੇਤੀ ਪੂਰੀ ਹੁੰਦੀ ਹੈ ਵਧੀਆ ਆਪਦਾ ਸਮਾਨ ਚੱਕ ਕੇ ਲਾਂਭੇ ਹੋਣਗੇ। ਸਰਵਨ ਸਿੰਘ ਪੰਧੇਰ ਦੀ ਕੱਲ ਮੈਂ ਉਹਨਾਂ ਦੀ ਕਿਸਾਨ ਆਗੂ ਨੇ ਉਹਨਾਂ ਦੀ ਇੱਕ ਬਾਈਟ ਸੁਣ ਰਿਹਾ ਸੀ, ਉਹ ਤਾਂ ਸਿੱਧਾ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ ਸਾਧਦੇ ਨੇ। ਉਹ ਕਹਿੰਦੇ ਇਹ ਵੀ ਕਾਰਪੋਰੇਟ ਵਾਲੀ ਸਰਕਾਰ ਬਣ ਗਈ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਜੀ ਹਾਂ, ਅੱਜ ਆਪ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ। ਤੇ ਉਧਰ ਭਗਵੰਤ ਮਾਨ ਜੀ ਨੇ ਵੀ ਲੋਹੜੀ ਦੀਆਂ ਮੁਬਾਰਕਾਂ ਦਿੰਦੇ ਹੋਏ ਇੱਕ ਟਵੀਟ ਕੀਤਾ। ਟਵੀਟ ਕਿ 6000 ਕੱਚੇ ਮੁਲਾਜ਼ਮ ਪੱਕੇ ਕਰਨ ਜਾ ਰਹੀ ਹੈ ਪੰਜਾਬ ਸਰਕਾਰ। ਇੱਕ ਹੋਰ ਤੋਹਫਾ ਲੋਹੜੀ ਦਾ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਇਸੇ ਮੁੱਦੇ ਤੇ ਅੱਜ ਸਾਡੇ ਨਾਲ ਚਰਚਾ ਵਾਸਤੇ ਜੁੜਨਗੇ ਇੰਦਰਜੀਤ ਸਿੰਘ ਜੀ, ਆਮ ਆਦਮੀ ਪਾਰਟੀ ਦੇ ਆਗੂ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਦਰਜੀਤ ਜੀ, ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਜਿਸ ਹਿਸਾਬ ਨੇ ਮਾਨ ਸਾਹਿਬ ਨੇ ਜਿਵੇਂ ਟਵੀਟ ਕਰਕੇ ਪੰਜਾਬ ਵਾਸੀਆਂ ਨੂੰ ਤੇ ਉਹ ਬੇਰੋਜ਼ਗਾਰ ਲੋਕ ਉਹਨਾਂ ਨੂੰ ਜਿਹੜੀ ਮੁਬਾਰਕਬਾਦ ਦਿੱਤੀ ਹੈ, 6000 ਮੁਲਾਜ਼ਮ ਪੱਕੇ ਕਰਨ ਜਾ ਰਹੀ ਹੈ, ਉਸ ਬਾਰੇ ਥੋੜਾ ਵਿਸਤਾਰ ਜ਼ਰੂਰ ਦੱਸੋ। ਆਪ ਜੀ ਦੇ ਚੈਨਲ ਨੂੰ ਵੀ ਮੁਬਾਰਕਾਂ ਹੋਣ ਔਰ ਆਪ ਜੀ ਦੇ ਪਰਿਵਾਰਾਂ ਨੂੰ ਵੀ ਅਸੀਂ ਵਾਹਿਗੁਰੂ ਤੋਂ ਸੁੱਖ ਮੰਗਦੇ ਹਾਂ ਕਿ ਸਾਰਾ ਸਮੁੱਚਾ ਪੰਜਾਬ ਜਿਹੜਾ ਸੁਖੀ ਵਸੇ, ਚੜ੍ਹਦੀ ਕਲਾ 'ਚ ਰਵੇ, ਖੁਸ਼ ਰਵੇ। ਔਰ ਜਿਹੜੀ ਗੱਲ ਹੈਗੀ ਹੈ 6000 ਮੁਲਾਜ਼ਮਾਂ ਦੀ, ਤੁਹਾਨੂੰ ਯਾਦ ਹੋਵੇਗਾ ਕਿ ਜਿਵੇਂ ਹੀ ਸਰਕਾਰ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ, ਆਉਂਦਿਆਂ ਹੀ ਔਰ ਇਹ ਐਲਾਨ ਕੀਤਾ ਕਿ 36000 ਮੁਲਾਜ਼ਮ ਜਿਹੜੇ ਨੇ ਉਹ ਪੱਕੇ ਕੀਤੇ ਜਾਣਗੇ। ਹਾਲਾਂਕਿ ਇਹ ਐਲਾਨ ਪਹਿਲਾਂ ਵੀ ਬਹੁਤ ਵਾਰੀ ਹੋਏ ਨੇ। 2016 ਦੇ ਵਿੱਚ ਇਸ ਤਰ੍ਹਾਂ ਪ੍ਰਭਾਵ ਦਿੱਤਾ ਗਿਆ ਸੀ ਵੀ ਸ਼ਾਇਦ ਇਹ ਹੋ ਚੁੱਕਿਆ ਹੈ ਸਾਰਾ ਕੁਝ, ਪਰ ਹੋਇਆ ਕੁਝ ਵੀ ਨਹੀਂ ਸੀ ਹੈਗਾ। ਔਰ ਇਸੇ ਤਰੀਕੇ ਨਾਲ 2019 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਫਲੈਕਸਾਂ ਲਗਾ ਦਿੱਤੀਆਂ ਗਈਆਂ ਸੀ ਪੂਰੀਆਂ। 2021 ਦੇ ਵਿੱਚ ਵੀ ਆ ਲਾਸਟ ਚਰਨਜੀਤ ਚੰਨੀ ਜਦੋਂ ਜਾਂਦੇ ਉਦੋਂ ਵੀ ਪੂਰਾ ਪ੍ਰਚਾਰ ਕੀਤਾ ਗਿਆ ਸੀ ਕਿ ਪੱਕੇ ਕਰ ਦਿੱਤੇ ਗਏ ਨੇ, ਪਰ ਹਕੀਕਤ ਵਿੱਚ ਕੁਝ ਵੀ ਨਹੀਂ ਸੀ ਹੋਇਆ। ਔਰ ਇਹ ਸਿਰਫ ਐਲਾਨ ਮਾਤਰ ਰਹਿ ਗਏ ਸਨ। ਪਰ ਇਹ ਹੁੰਦਾ ਕਿਸੇ ਵੀ ਇਹ ਸਰਕਾਰ ਦੇ ਅਖੀਰਲੇ ਅੰਤਲੇ ਟਾਈਮ ਦੇ ਵਿੱਚ ਐਲਾਨ ਕੀਤੇ ਜਾਂਦੇ ਸਨ, ਇਸ ਲਈ ਉਹ ਜਿਹੜੀ ਗੁੰਝਲ ਹੈ ਵਿੱਚ ਰਹਿ ਜਾਂਦੀ ਸੀ। ਔਰ ਹੁਣ ਜਦੋਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਤਾਂ ਇਹ ਐਲਾਨ ਮਾਤਰ ਨਹੀਂ ਰਿਹਾ, ਬਲਕਿ ਇਹ ਸੰਪੂਰਨ ਹੋਣ ਜਾ ਰਿਹਾ ਸਾਰਾ ਜਿਹੜਾ ਐਲਾਨ। ਜੇ ਇਹ ਸਾਰਾ ਫੈਸਲਾ ਜਿਹੜਾ ਹੈ ਇਹ ਸੰਪੂਰਨਤਾ ਵੱਲ ਵਧ ਰਿਹਾ। ਤੇ ਤੁਸੀਂ ਇਹ ਵੇਖ ਰਹੇ ਹੋ ਕਿ ਇੱਕ ਇੱਕ ਕਰਕੇ ਅੱਗੇ ਫੈਕਲਟੀ ਟੀਚਰ ਸਨ, ਉਹ ਵੀ ਜਿਹੜਾ 8700 ਜਿਹੜੇ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਜਿਹੜੇ ਨੇ ਕੀਤੇ ਗਏ ਸਨ, ਉਹਦਾ ਬਕਾਇਦਾ ਸਾਰਾ ਨੋਟੀਫਿਕੇਸ਼ਨ ਸਾਰਾ ਜਿਹੜਾ ਕੀਤਾ, ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਬਾਕੀ ਨੇ ਇਸ ਚੀਜ਼ ਦੇ। ਤੇ
ਇਸ ਤਰੀਕੇ ਨਾਲ ਹੀ ਹੋਰ ਜਿਹੜੇ ਵੱਖ-ਵੱਖ ਵਿਭਾਗ ਨੇ ਉਹਨਾਂ ਚੋਂ ਪੁਆਇੰਟ ਆਊਟ ਜਿਹੜੇ ਸਾਰੇ ਕੀਤੇ ਗਏ ਸਨ, ਜਿਨ੍ਹਾਂ ਦਾ ਕੁੱਲ ਡਾਟਾ ਜਿਹੜਾ 36,000 ਬਣਦਾ ਸੀ, ਉਹਨਾਂ ਦੇ ਵਿੱਚੋਂ ਸਾਰਿਆਂ ਦੀ ਜਿਹੜੀ ਪ੍ਰਕਿਰਿਆ ਹੈ ਜਿਹੜੀ, ਕਿਉਂਕਿ ਗੁੰਝਲਦਾਰ ਸੀ, ਇੱਕ ਤਾਂ ਉਹਨਾਂ ਦੀਆਂ ਕੈਟਾਗਰੀਆਂ ਬਹੁਤ ਵੱਖਰੀਆਂ ਨੇ, ਆਊਟਸੋਰਸਸ ਤੋਂ ਬਿਨਾਂ ਵੀ ਜਿਹੜੀਆਂ ਕੈਟਾਗਰੀਆਂ ਜਿਨ੍ਹਾਂ ਨੂੰ ਪੱਕੇ ਕੀਤਾ ਜਾ ਸਕਦਾ ਹੈ, ਉਹ ਉਹਨਾਂ ਵਿੱਚ ਜਿਹੜੀਆਂ ਗੁੰਝਲਾਂ ਸਨ ਉਹ ਸਾਰੀਆਂ ਜਿਹੜੀਆਂ ਕੱਢ ਕੇ ਔਰ ਸਾਰਿਆਂ ਨੂੰ ਪੱਕੇ ਕਰਨ ਦੀ ਜਿਹੜੀ ਪ੍ਰਕਿਰਿਆ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। 6,000 ਮੁਲਾਜ਼ਮ ਪੱਕੇ ਕਰਨ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦੀ ਪ੍ਰਕਿਰਿਆ ਹੁਣ ਮੁਕੰਮਲ ਹੋ ਚੁੱਕੀ ਹੈ, ਜਿਵੇਂ 8,736 ਮੁਲਾਜ਼ਮਾਂ ਦੀ ਇੱਕ ਸੀ, ਇਸੇ ਤਰੀਕੇ ਨਾਲ 6,000 ਮੁਲਾਜ਼ਮਾਂ ਦੀ ਜਿਹੜੀ ਪੱਕੀ ਜਿਹੜੀ ਹੁਣ ਅਗਲੇ ਦਿਨਾਂ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਕਲੀਅਰ ਹੋਵੇਗਾ। ਉਹ ਵੀ ਜਿਹੜਾ ਲੋਹੜੀ ਤੇ ਉਹਨਾਂ ਨੂੰ ਆਸ ਵੱਜੀ ਹੈ ਕਿ ਜਲਦ ਜਿਹੜਾ ਹੈ ਉਹਨਾਂ ਨੇ ਵੀ, ਬਾਕੀ ਮੁਲਾਜ਼ਮਾਂ ਨੇ ਵੀ ਜਿਹੜਾ ਪੱਕੇ ਹੋਣਾ ਹੈ। ਇਸੇ ਤਰੀਕੇ ਨਾਲ ਵੱਖ-ਵੱਖ ਹੋਰ ਕੈਟਾਗਰੀਆਂ ਨੇ, ਉਹ ਸਾਰੀਆਂ ਹੌਲੀ-ਹੌਲੀ ਜਿਹੜੀਆਂ ਨੇ ਤੁਸੀਂ ਵੇਖੋ ਕਿ ਪੱਕੀਆਂ ਹੋਣਗੀਆਂ ਔਰ ਰੁਜ਼ਗਾਰ ਦੇ ਖੇਤਰ ਦੇ ਵਿੱਚ ਜਿਹੜਾ ਹੈ ਉਹ ਵਾਧਾ ਹੋਵੇਗਾ। ਪਰ ਇੰਦਰਜੀਤ ਜੀ, ਜਿਹੜਾ ਪੈਸਾ ਕਿੱਥੋਂ ਆਏਗਾ? ਕਿਉਂਕਿ ਤਨਖਾਹਾਂ ਦੇਣੀਆਂ, ਕਿਤੇ ਭਰਤੀ ਇੱਕ ਪਾਸੇ ਭਰਤੀ ਕਰ ਰਹੇ ਹਾਂ ਤੇ ਦੂਜੇ ਪਾਸੇ ਜਿਹੜੀਆਂ ਤਨਖਾਹਾਂ ਦੇਣੀਆਂ, ਜਿਹੜਾ ਬੋਝ ਪੈਣਾ ਹੈ, ਉਸ ਤਰੀਕੇ ਉਹਨੂੰ ਕਿਵੇਂ ਦੇਖਦੇ ਹੋ? ਉਹ ਕਿੱਥੋਂ ਕੱਢੇਗੀ ਆਮ ਆਦਮੀ ਪਾਰਟੀ? ਪਹਿਲੀ ਤਾਂ ਗੱਲ ਹੈ, ਮਾਲੀਆ ਇਕੱਤਰ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪਹਿਲੇ ਦਿਨੋਂ ਪੂਰਾ ਜ਼ੋਰ ਜਿਹੜਾ ਲੱਗਿਆ ਹੋਇਆ, ਪੂਰੀ ਨੀਅਤ ਨਾਲ, ਨੀਤੀ ਨਾਲ ਜਿਹੜਾ ਕੋਸ਼ਿਸ਼ ਹੈ ਉਹ ਜਾਰੀ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਐਕਸਾਈਜ਼ ਡਿਪਾਰਟਮੈਂਟ ਵਿੱਚ ਵੀ 1150 ਕਰੋੜ ਰੁਪਏ ਦਾ ਜਿਹੜਾ ਇਜ਼ਾਫਾ ਜਿਹੜਾ ਉਹ ਕੀਤਾ ਗਿਆ ਸੀ। ਇਸੇ ਤਰੀਕੇ ਨਾਲ ਬਾਕੀ ਵੀ ਜਿਹੜਾ ਹੈਗਾ, ਹੁਣ ਮਾਈਨਿੰਗ ਪਾਲਿਸੀ ਵੀ ਜਿਹੜੀ ਹੈ ਉਹ ਆ ਚੁੱਕੀ ਹੈ। ਤੇ ਵੈਸੇ ਵੀ ਇਹਦੇ ਤੋਂ ਇਲਾਵਾ ਵੀ, ਹਾਲਾਂਕਿ ਸਾਰਾ ਕੁਝ ਬੰਧਨ ਜਿਹੜੇ ਨੇ, ਪਾਲਿਸੀ ਜਦੋਂ ਨਹੀਂ ਸੀ ਆਈ, ਦਿੱਕਤਾਂ ਵੀ ਆ ਰਹੀਆਂ ਸੀ, ਪਰ ਇਹਦੇ ਬਾਵਜੂਦ ਵੀ ਜਿਹੜਾ ਮਾਈਨਿੰਗ ਚੋਂ ਜਿਹੜੇ ਪੈਸੇ ਨੇ ਜਿਹੜੇ ਉਹ ਵਧੇ ਸੀ, ਘਾਟੇ 'ਚ ਨਹੀਂ ਸੀ ਗਏ ਬਲਕਿ ਵਧੇ ਸੀ। ਔਰ ਹੋਰ ਵੀ ਜਿਹੜੀਆਂ ਚੋਰ ਮੋਰੀਆਂ ਸਨ, ਉਹਨਾਂ ਸਾਰੀਆਂ ਦੇ ਪੈਸੇ ਜਿਹੜੇ ਨੇ ਉਹ ਬਚਾ ਕੇ ਸਰਕਾਰ ਨੂੰ ਵਾਧੇ ਵੱਲ ਲੈ ਕੇ ਜਾ ਰਹੇ ਆ। ਇੱਕ ਪਾਸੇ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਇਹਨਾਂ ਨੂੰ ਆਪਾਂ ਬਜਟ ਨਾਲ ਜੋੜੀਏ ਕਿ ਬਜਟ ਇਜਾਜ਼ਤ ਦੇਗਾ ਫਿਰ ਹੀ ਪੱਕੇ ਕਰਾਂਗੇ, ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲ ਸਕਦੀਆਂ, ਕਿਉਂਕਿ 40% ਮੁਲਾਜ਼ਮਾਂ ਦੇ ਨਾਲ ਤੁਹਾਡੇ ਡਿਪਾਰਟਮੈਂਟ ਜੇ ਚੱਲਣਗੇ ਤੇ ਫਿਰ ਕਦੇ ਵੀ ਤੁਸੀਂ ਲੋਕਾਂ ਨੂੰ ਸਹੀ ਇਨਸਾਫ ਨਹੀਂ ਦੇ ਪਾਓਗੇ। ਤੁਸੀਂ ਹਸਪੀਟਲ ਦੇਖ ਲਓ, ਹਸਪੀਟਲਾਂ ਵਿੱਚ ਪਟਿਆਲਾ 'ਚ ਰਜਿੰਦਰਾ ਹਸਪੀਟਲ ਹੈ, ਉੱਥੇ ਮੁਲਾਜ਼ਮਾਂ ਦੀ ਜਿਹੜੀ ਹੈ ਬਹੁਤ ਜਿਹੜੀ ਹੈ, ਖਾਸ ਕਰਕੇ 4th ਜਿਹੜੀ ਕੈਟਾਗਰੀ ਹੈ, ਚੌਥਾ ਦਰਜਾ ਮੁਲਾਜ਼ਮ ਨੇ ਜਿਹੜੇ, ਉਹਨਾਂ ਦੀ ਬਹੁਤ ਜਿਹੜੀ ਘਾਟ ਹੈ। ਔਰ ਉਹਨਾਂ ਘਾਟਾਂ ਕਰਕੇ ਆਪਾਂ ਫਿਰ ਮੁੜ ਕੇ ਇਹ ਹਮੇਸ਼ਾ ਮੁੱਦੇ ਬਣਦੇ ਨੇ ਕਿ ਅਦਾਰਿਆਂ ਦੇ ਵਿੱਚ ਸਫਾਈ ਨਹੀਂ ਹੁੰਦੀ, ਜਾਂ ਬਹੁਤ ਸਾਰੇ ਲੋਕਾਂ ਤੇ ਇਲਜ਼ਾਮ ਇਹ ਲੱਗਦੇ ਨੇ ਕਿ ਇਹ ਫਲਾਣਾ ਵਰਗ ਜਿਹੜਾ ਕੰਮ ਨਹੀਂ ਕਰਦਾ, ਫਰਜ਼ ਕਰੋ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਣਾ, ਪਟਵਾਰੀਆਂ ਦੀ ਗੱਲ ਅਕਸਰ ਚੱਲਿਆ ਕਰਦੀ ਸੀ। 4700 ਸਰਕਲ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਪਟਵਾਰ ਸਰਕਲ ਨੇ, ਔਰ ਉਹਦੇ ਵਿੱਚੋਂ ਇੱਕ ਤਾਂ ਉਹ 5 ਪਿੰਡਾਂ ਦੇ ਜਿਹੜੇ ਸਰਕਲ ਸਨ, ਉਹਨਾਂ ਨੂੰ ਅਸੀਂ ਜਿਹੜਾ ਉਹ ਵਧਾ ਕੇ 7-8 ਪਿੰਡ ਜਿਹੜੇ ਨੇ ਉਹਦੇ ਵਿੱਚ ਲਗਭਗ ਸ਼ਾਮਲ ਕੀਤੇ। ਉਹਨਾਂ ਨੂੰ 4700 ਸਰਕਲਾਂ ਨੂੰ ਅਸੀਂ 3600 ਸਰਕਲਾਂ ਤੇ ਲੈ ਕੇ ਆਏ। ਫਿਰ ਅਸੀਂ 2000 ਨਫਰੀ ਜਿਹੜੀ 4700 ਸਰਕਲਾਂ ਨੂੰ ਚਲਾ ਰਹੀ ਸੀ, ਉਹਦੇ ਵਿੱਚ 847 ਜਿਹੜੇ ਪਟਵਾਰੀ ਨੇ ਅਸੀਂ ਨਵੇਂ ਭਰਤੀ ਹੁਣ ਜਿਹੜੇ ਨੇ ਕੀਤੇ ਨੇ, ਔਰ ਉਹਨਾਂ ਦੀ 1.5 ਸਾਲ ਵਿੱਚ ਉਹਨਾਂ ਦੀ ਪ੍ਰਕਿਰਿਆ ਜਿਹੜੀ ਇਹ ਮੁਕੰਮਲ ਹੋ ਜਾਣੀ ਹੈ। ਉਨੀ ਦੇਰ ਤੱਕ ਅਸੀਂ ਕੰਮ ਦੀ ਰਫ਼ਤਾਰ ਜਿਹੜੀ ਉਹ ਸੁਸਤ ਨਹੀਂ ਰੱਖਣਾ ਚਾਹੁੰਦੇ। ਇਹਦੇ ਲਈ ਅਸੀਂ ਜਿਹੜੇ ਸਾਬਕਾ ਪਟਵਾਰੀ ਤੇ ਕਾਨੂੰਗੋ ਨੇ ਉਹਨਾਂ ਤੋਂ ਵੀ 1.5 ਸਾਲ ਵਾਸਤੇ ਜਿਹੜਾ ਕੰਮ ਲੈ ਰਹੇ ਹਾਂ, ਔਰ ਬਾਕੀ ਜਿਹੜਾ 700-800 ਹੋਰ ਪਿੱਛੇ ਬਚਿਆ ਉਹਨਾਂ ਨੂੰ ਵੀ ਅਸੀਂ ਜਲਦ ਜਿਹੜਾ ਉਹ ਭਰਤੀ ਕਰ ਲੈਣਾ। ਇਸ ਤਰੀਕੇ ਨਾਲ ਕੋਈ ਵੀ ਜਗ੍ਹਾ ਜਦੋਂ ਤੱਕ ਸੀਟਾਂ ਜੇ ਖਾਲੀ ਰਹਿਣਗੀਆਂ, ਫਰਜ਼ ਕਰੋ ਕਿ ਇੱਕ ਮੁਲਾਜ਼ਮ 3-3 ਸੀਟਾਂ ਤੇ ਬੈਠੇਗਾ ਤਾਂ ਲੋਕਾਂ ਨੂੰ ਇਨਸਾਫ ਕਿਵੇਂ ਮਿਲੇਗਾ? ਲੋਕਾਂ ਦੀ ਰੋਜ਼ਮर्रा ਦੀਆਂ ਜਿਹੜੀਆਂ ਦਿੱਕਤਾਂ ਨੇ, ਫਿਰ ਲਾਮਾ ਹੁੰਦਾ ਕਿ ਮੁਲਾਜ਼ਮ ਆਪਦੀ ਸੀਟ ਤੇ ਨਹੀਂ ਬੈਠਦੇ, ਇੱਕ ਮੁਲਾਜ਼ਮ ਜਿਹੜਾ ਉਹ ਕਿੰਨਾ ਕੁ ਕੰਮ ਕਰ ਲੇਗਾ। ਇਸ ਕਰਕੇ ਉਹਨਾਂ ਦੀ ਜਵਾਬਦੇਹੀ ਵੀ ਅਸੀਂ ਤਾਂ ਤੈਅ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਕਿਸੇ ਪ੍ਰਕਾਰ ਦੀ ਸਜ਼ਾ ਵੀ ਤਾਂ ਲਗਾ ਸਕਦੇ ਹਾਂ ਜੇ ਘੱਟੋ ਘੱਟ ਉਹਨਾਂ ਵਾਸਤੇ ਪਹਿਲਾਂ ਅਸੀਂ ਵਾਤਾਵਰਨ ਪੈਦਾ ਕਰੀਏ, ਉਹਨਾਂ ਨੂੰ ਘੱਟੋ ਘੱਟ ਜਿਹੜਾ ਹੈਗਾ ਉਹਨਾਂ ਤੋਂ ਇੱਕ ਸੀਟ ਤੋਂ ਵੱਧ ਜਿਹੜਾ ਅਸੀਂ ਕੰਮ ਨਾ ਲਈਏ। ਇਸ ਕਰਕੇ ਉਹਨਾਂ ਲਈ ਪਹਿਲਾਂ ਸਾਰਾ ਕੁਝ ਜਿਹੜਾ ਹੈ ਉਹ ਤਿਆਰ ਕਰਨਾ, ਇੰਫਰਾਸਟ੍ਰਕਚਰ ਵੀ ਔਰ ਹੋਰ ਸਾਰੀਆਂ ਚੀਜ਼ਾਂ, ਔਰ ਮੁਲਾਜ਼ਮਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਪੂਰੀ ਹੋਣੀ
ਲਾਜ਼ਮੀ ਬਣਦੀ ਹੈ। ਬਿਲਕੁਲ। ਉਧਰ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਬਾਰੇ ਕੀ ਕਹੋਗੇ? ਕਿਉਂਕਿ ਵਿਜੀਲੈਂਸ ਨੇ ਉਧਰ ਵੀ ਕਹਿ ਦਿੱਤਾ ਹੈ ਕਿ ਆਮਦਨ ਤੋਂ ਵੱਧ ਸੰਪत्ति ਨੂੰ ਲੈ ਕੇ ਉਹਨਾਂ ਨੇ ਵੀ ਜਾਂਚ ਵਿੱਢ ਦਿੱਤੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਨਵੀਆਂ ਸਰਕਾਰਾਂ ਆਉਂਦੀਆਂ, ਉਹ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਮੰਤਰੀ ਰਹੇ ਹੁੰਦੇ ਸਿਆਸਤਦਾਨ, ਉਹਨਾਂ ਦੇ ਖਿਲਾਫ ਫਾਈਲਾਂ ਐ ਖੁੱਲ੍ਹਣ ਲੱਗ ਜਾਂਦੀਆਂ। ਤੇ ਹਰ ਵਾਰ ਮੈਂ ਸਿਆਸਤਦਾਨ ਤੋਂ ਇੱਕੋ ਹੀ ਸਵਾਲ ਕਰਦਾ ਕਿ ਜਦੋਂ ਸਰਕਾਰ 'ਚ ਸੀਗੇ ਉਦੋਂ ਉਹੀ ਮੁਲਾਜ਼ਮ ਹੁੰਦੇ ਨੇ ਜਿਹੜਾ ਕਿ ਨਾਲ ਰਲ ਕੇ ਇਹ ਸਭ ਚੀਜ਼ਾਂ ਕਰਵਾਉਂਦੇ ਨੇ। ਇਹ ਤਾਂ ਨਹੀਂ ਹੋ ਸਕਦਾ ਵੀ ਜੇ ਕਾਂਗੜ ਸਾਹਿਬ ਨੇ ਜੇ ਅੱਜ ਕੁਝ ਕੀਤਾ, ਜਾਂ ਸ਼ਾਮ ਸੁੰਦਰ ਅਰੋੜਾ ਜੀ ਜਿਸ ਤਰੀਕੇ ਨਾਲ ਅਗਰ ਉਹਨਾਂ ਨੇ ਕੀਤਾ, ਜਾਂ ਭਾਰਤ ਭੂਸ਼ਣ ਨੇ ਜਿਸ ਤਰੀਕੇ ਨਾਲ ਕੀਤੀ ਹੈ, ਇਹਦਾ ਮਤਲਬ ਇਹ ਤਾਂ ਨਹੀਂ ਉਹ ਇਕੱਲੇ ਕਰ ਸਕਦੇ ਹੈ। ਲੌਬੀ ਨਾਲ ਰਲੀ ਹੋਣੀ ਹੈ, ਜਿਹੜੀ ਉਹ ਸਰਕਾਰੀ ਲੌਬੀ। ਸਰਕਾਰ ਬਦਲਦੀ ਹੈ ਉਦੋਂ ਚੁੱਪ ਰਹਿੰਦੇ ਨੇ, ਸਰਕਾਰ ਬਦਲਦੀ ਹੈ ਉਹੀ ਫਾਈਲਾਂ ਸਾਹਮਣੇ ਆ ਜਾਂਦੀਆਂ। ਇਹ ਕਿਉਂ? ਭਾਰਤ ਭੂਸ਼ਣ ਆਸ਼ੂ ਦੇ ਮਸਲੇ ਤੇ ਇਸ ਤਰ੍ਹਾਂ ਹੋਇਆ ਸੀ, ਗੁਰਿੰਦਰ ਸਿੰਘ ਠੇਕੇਦਾਰ ਵੀ ਜਿਹੜਾ ਉਹ ਫਸਿਆ, ਪਹਿਲਾਂ ਉਹਨਾਂ ਦਾ ਪੀਏ ਵੀ ਫਸਿਆ, ਸੰਬੰਧਿਤ ਮੁਲਾਜ਼ਮ ਵੀ ਫਸੇ। ਇਸ ਕਰਕੇ ਇਕੱਲੇ ਲੀਡਰਾਂ ਤੇ ਕਾਰਵਾਈ ਨਹੀਂ ਹੋ ਰਹੀ, ਬਲਕਿ ਸੰਬੰਧਿਤ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਵੀ ਬਕਾਇਦਾ ਜਿਹੜੀ ਕਾਰਵਾਈ ਜਿਹੜੀ ਹੈ ਹੋ ਰਹੀ ਹੈ। ਬਹੁਤ ਸਾਰੇ IAS IPS, ਹੁਣ ਵੀ ਤਾਜ਼ਾ ਜਿਹੜੀ ਹੜਤਾਲ ਉਹ ਵੀ ਤੁਹਾਡੇ ਸਾਹਮਣੇ ਹੈ ਸਾਰਾ ਕੁਝ। ਇਸ ਕਰਕੇ ਕਿਸੇ ਨਾਲ ਵੀ ਇਹ ਨਹੀਂ ਹੈਗਾ ਕਿ ਇਕੱਲੇ ਸਿਆਸਤਦਾਨਾਂ ਤੇ ਕਾਰਵਾਈ ਹੋ ਰਹੀ ਹੈ, IAS PCS ਤੇ ਜਾਂ ਅਫਸਰਾਂ ਤੇ ਜਾਂ ਮੁਲਾਜ਼ਮਾਂ ਤੇ ਕਾਰਵਾਈ ਨਹੀਂ ਹੋ ਰਹੀ। ਸਾਰਿਆਂ ਤੇ ਜਿਹੜਾ ਵੀ ਭ੍ਰਿਸ਼ਟਾਚਾਰ ਕਰੇਗਾ ਉਹਦੇ ਤੇ ਕਾਰਵਾਈ ਹੋ ਰਹੀ ਹੈ। ਇਸ ਤਰ੍ਹਾਂ ਭਾਵੇਂ ਉਹਦੇ ਵਿੱਚ ਕਾਂਗੜ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਆਪਣਾ ਹੋਏ ਜਾਂ ਬਗਾਨਾ ਹੋਏ, ਸਾਰਿਆਂ ਤੇ ਜਿਹੜਾ ਭਾਵੇਂ ਸਾਧੂ ਸਿੰਘ ਧਰਮਸੋਤ ਸੀ, ਸੰਗਤ ਗਿਲਜੀਆਂ ਸੀ, ਸਾਰੇ ਸਵਾਲ ਉਹ ਨਹੀਂ, ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ। ਮੇਰਾ ਸਵਾਲ ਇਹ ਹੈ ਕਿ ਜਿਹੜੇ ਕਾਰਵਾਈ ਕਰ ਰਹੇ ਨੇ ਇਸ ਟਾਈਮ ਉਹੀ ਲੋਕ ਹੁੰਦੇ ਨੇ ਜਦੋਂ ਉਹਨਾਂ ਦੇ ਨਾਲ ਰਲੇ ਹੁੰਦੇ ਨੇ, ਉਹਨਾਂ ਦੇ ਨਾਲ ਖੜੇ ਹੁੰਦੇ ਨੇ, ਉਹੀ ਸਿਸਟਮ ਹੁੰਦਾ। ਕਿਉਂਕਿ ਸਿਆਸਤ, ਸਰਕਾਰਾਂ ਬਦਲ ਜਾਂਦੀਆਂ, ਸਿਸਟਮ ਤਾਂ ਉਹੀ ਹੈ ਨਾ। ਸਿਸਟਮ ਬਿਲਕੁਲ ਜੀ, ਬਿਲਕੁਲ ਸਿਸਟਮ ਉਵੇਂ। ਪਿਛਲੀ ਸਰਕਾਰ ਨੇ ਵੀ ਐਸੇ ਸਿਸਟਮ ਤੋਂ ਕੰਮ ਲਿੱਤਾ, ਆ ਵੀ ਸਰਕਾਰ ਹੈ ਉਸੇ ਸਿਸਟਮ ਤੋਂ ਕੰਮ ਕਰਨ ਵਾਲੇ ਉਹੀ ਨੇ, ਉਹੀ IAS ਅਫੀਸਰ, ਉਹੀ ਲੋਬੀ ਹੈ, ਉਹੀ IPS ਅਫੀਸਰ ਨੇ। ਪਰ ਕਹਿਣ ਦਾ ਮਕਸਦ ਇਹ ਹੈ ਕਿ ਉਦੋਂ ਜਦੋਂ ਸਰਕਾਰਾਂ ਹੁੰਦੀਆਂ ਕਿ ਹਰ ਸਰਕਾਰ ਇੰਨਾ ਕਿਨਾਂ ਤੇ ਪ੍ਰੈਸ਼ਰ ਜਾਂ ਹਾਵੀ ਹੋ ਜਾਂਦੀ ਹੈ ਕਿ ਨੋ ਕਹਿਣਾ ਨਹੀਂ ਸਿੱਖ ਸਕਦੇ ਆ, ਕਿ ਇਹ ਇੰਨਾ ਜ਼ਿਗਰਾ ਨਹੀਂ ਇੱਕ ਆਮ IAS ਜਾਂ IPS ਜਿਹੜਾ ਕਵੇ ਕਿ ਨਹੀਂ ਹਾਂਜੀ ਸੰਧੂ ਸਾਹਿਬ ਮੰਨ ਲਓ ਤੁਸੀਂ ਕੋਈ ਕੰਮ ਕਹਿ ਰਹੇ ਹੋ, ਅੱਜ ਤੁਹਾਡੀ ਸਰਕਾਰ ਹੈ, ਕੀ ਇਹਨਾਂ ਕੋਲ ਫਰੀडम ਨਹੀਂ ਕਿ ਕਹਦੇ ਕਿ ਨਹੀਂ ਅਸੀਂ ਇਹ ਨਹੀਂ ਕਰਨਾ? ਨਹੀਂ, ਵੇਖੋ ਜਦੋਂ ਗਲਤ ਕੰਮਾਂ ਦੇ ਵਿੱਚ ਸ਼ਾਮਲ ਹੋਣਗੇ ਤਾਂ ਕੁਦਰਤੀ ਤੌਰ ਤੇ ਸਾਰੇ ਮਿਲ ਮਿਲਾ ਕੇ ਇਹਨਾਂ ਦਾ ਹੋਵੇਗਾ। ਜਦੋਂ ਚੰਗੀਆਂ ਸੀਟਾਂ ਤੇ ਬੈਠਦੇ ਨੇ ਉਦੋਂ ਸਰਕਾਰਾਂ ਨਾਲ ਮਿਲ ਕੇ ਤਕਰੀਬਨ ਇਸ ਤਰ੍ਹਾਂ ਹੁੰਦਾ ਹੈ ਕਿ ਮਿਲ ਮਿਲਾ ਕੇ ਬੈਠਦੇ ਨੇ। ਜਦੋਂ ਲੈ ਦੇ ਕੇ ਤੈਅ ਕਰਕੇ ਮਹੀਨੇ ਤੈਅ ਕਰਕੇ ਤੁਸੀਂ ਬੈਠੋਗੇ ਤਾਂ ਕੁਦਰਤੀ ਤੌਰ ਤੇ ਵੀ ਨੇਤਾ ਵੀ ਜਿਹੜੇ ਨੇ ਘਪਲੇ ਕਰਨਗੇ ਤੇ ਬਿਊਰੋਕਰੇਟ ਨੇ ਜਿਹੜੇ ਉਹ ਵੀ ਜਿਹੜੇ ਨੇ ਉਹ ਨਾਲ ਰਲ ਕੇ ਸਾਰਾ ਕੁਝ ਕਰਦੇ ਨੇ। ਪਰ ਗੱਲ ਇਹ ਹੈ ਕਿ ਜਦੋਂ ਨੇਤਾ ਲੋਕ ਫਸਣਗੇ ਤਾਂ ਬਿਊਰੋਕਰੇਟ ਵੀ ਉਹਦੇ ਤੋਂ ਇਹ ਨਹੀਂ ਹੈ ਕਿ ਬਚ ਪਾਉਣਗੇ। ਪਰ ਸਾਬਕਾ ਜ਼ਿਆਦਾ ਫਸਦੇ ਨੇ। ਦਿੱਕਤ ਹੋਈ ਹੈ ਸਾਬਕਾ ਕਿਉਂ ਫਸਦੇ ਨੇ? ਕਰੰਟ ਸਰਕਾਰ, ਕਿਉਂਕਿ ਜਦੋਂ ਮੰਨ ਲਓ ਅੱਜ ਕੋਈ ਚੀਜ਼ ਹੋਈ ਤਾਂ ਕੀ ਇਹਨਾਂ ਇਮਾਨਦਾਰ ਜਿਹੜੇ ਲੋਕ ਨੇ ਉਹਨਾਂ ਨੂੰ ਇੰਨਾ ਫ੍ਰੀ ਹੈਂਡ ਤਾਂ ਦੇਣਾ ਚਾਹੀਦਾ ਹੈ। ਸਰਕਾਰ ਕਵੇ ਕਿ ਹਾਂਜੀ ਅਗਰ ਮੇਰਾ ਕੋਈ ਬੰਦਾ ਸ਼ਮੂਲੀਅਤ ਕਰਦਾ ਕਿ ਸਾਫ਼ ਨੋ ਕਰੋ, ਕੋਈ ਇਹੋ ਜਿਹੀ ਚੀਜ਼। ਕਿਉਂਕਿ ਹੁਣ ਜੇ ਸ਼ਾਮ ਸੁੰਦਰ ਅਰੋੜਾ ਉਦੋਂ ਕੇਸ ਨਿਕਲਦੇ ਨੇ ਜਦੋਂ ਸਰਕਾਰ 'ਚ ਨਹੀਂ ਹੁੰਦੇ। ਇਹਦਾ ਮਤਲਬ 5 ਸਾਲ ਤਾਂ ਮਿੱਟੀ ਪਾ ਕੇ ਰੱਖੀ ਗਈ, 5 ਸਾਲ ਤਾਂ ਸਾਰਾ ਕੁਝ ਇੱਕੋ ਜਿਹੀਆਂ ਚੀਜ਼ਾਂ ਚੱਲਦੀਆਂ ਰਹੀਆਂ। ਸਰਕਾਰ ਹੁਣ ਮੰਨ ਲਓ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਆਉਂਦੀ, ਤੁਹਾਨੂੰ ਲੱਗਦਾ ਕਿ ਕਾਂਗੜ ਜੀ ਜਾਂ ਸ਼ਾਮ ਸੁੰਦਰ ਅਰੋੜਾ ਜਾਂ ਭਾਰਤ ਭੂਸ਼ਣ ਆਸ਼ੂ ਦਾ ਇਹ ਕੇਸ ਇਸ ਤਰੀਕੇ ਨਾਲ ਆ ਜਾਂਦਾ? ਤੁਸੀਂ ਤਸਦੀਕ ਕਰਦੇ ਹੋ ਵੀ ਇਹ ਚੀਜ਼ਾਂ ਹੋ ਸਕਦੀਆਂ ਸੀ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਕੋਈ ਆਮ ਆਦਮੀ ਪਾਰਟੀ ਦਾ ਕੰਮ ਨਹੀਂ ਹੈਗਾ ਕਿ ਇਹਨਾਂ ਨੂੰ ਕਿ ਫੜਨਾ ਹੈ ਜਾਂ ਅੰਦਰ ਕਰਨਾ ਹੈ। ਮਸਲਾ ਇਹ ਆ ਕਿ ਤੁਸੀਂ ਜਦੋਂ ਵਿਜੀਲੈਂਸ ਕੋਈ ਅਦਾਰਾ ਹੈ, ਵੱਖ-ਵੱਖ ਅਦਾਰੇ ਨੇ, ਤੁਸੀਂ ਅਦਾਰਿਆਂ ਨੂੰ ਜਦੋਂ ਫ੍ਰੀ ਕਰ ਦਿੱਤਾ ਤਾਂ ਤੁਸੀਂ ਉਹ ਆਪਣੇ ਪੈਰਾਂ ਸਿਰ ਤੇ ਹੋ ਕੇ ਉਹ ਪੂਰੇ ਆਜ਼ਾਦੀ ਨਾਲ ਜਦੋਂ ਕਿਤੇ ਕਾਰਵਾਈ ਕਰੂਗੀ ਤਾਂ ਕੁਦਰਤੀ ਤੌਰ ਤੇ ਉਹਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਇਸ ਕਰਕੇ ਜਦੋਂ ਤੁਸੀਂ ਉਹਨੂੰ ਪੂਰੀ ਤਰ੍ਹਾਂ ਬੰਨ੍ਹ ਦੇਵੋਗੇ ਔਰ ਬੰਨ੍ਹ ਕੇ ਕਹੋਗੇ ਕਿ ਵਿਜੀਲੈਂਸ ਜਿਹੜਾ ਸਾਨੂੰ ਇਨਸਾਫ ਦੇਵੇ, ਇੱਥੇ ਕੰਮ ਕਰੇ, ਉਹਨੂੰ ਕੰਮ ਕਰਨਾ ਚਾਹੀਦਾ ਹੈ ਔਰ ਜਿਹਨੇ ਕਰਨਾ ਹੈ ਉਹਨੂੰ ਕੰਮ ਕਰਨ ਦੀ ਤਾਕਤ ਵੀ ਦੇਣੀ ਚਾਹੀਦੀ ਹੈ। ਇਸ ਕਰਕੇ ਜਦੋਂ ਵਿਜੀਲੈਂਸ ਆਜ਼ਾਦਾਨਾ ਢੰਗ ਨਾਲ ਕੰਮ ਕਰ ਰਹੀ ਹੈ ਤਾਂ ਨਤੀਜੇ ਵੀ ਚੰਗੇ ਆ ਰਹੇ ਨੇ। ਅਸਲ ਗੱਲ ਇਹ ਹੈ, ਮੈਂ ਨਾਲ ਦੇ ਸੂਬਿਆਂ ਦੀਆਂ ਜਿਹੜੀ ਵਿਜੀਲੈਂਸ ਅਧਿਕਾਰੀ ਜੇ ਕਿਤੇ ਉਹ ਵੀ ਮਿਲਦੇ ਨੇ, ਤੁਹਾਨੂੰ ਵੀ ਕਿਤੇ ਮਿਲੇ ਹੋਣਗੇ, ਉਹ ਵੀ ਇਸ ਗੱਲ ਦੀ ਤਾਰੀਫ ਕਰਦੇ ਨੇ ਕਿ ਜਿਵੇਂ ਵਿਜੀਲੈਂਸ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਦੂਜੀਆਂ ਸਟੇਟਾਂ ਵਿੱਚ ਵੀ ਵਿਜੀਲੈਂਸ ਨੂੰ ਇਸੇ ਤਰੀਕੇ ਨਾਲ ਕੰਮ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੇ ਹੱਥ ਬੰਨੇ ਹੋਏ ਨੇ। ਇੱਥੇ ਜਿਹੜੀ ਫ੍ਰੀ ਹੈ, ਇਸ ਕਰਕੇ ਫ੍ਰੀ ਹੋਣ ਕਰਕੇ ਉਹ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਬਸ ਮਸਲਾ ਇੰਨਾ ਹੀ ਹੈ। ਬਾਕੀ ਵੀ ਜਿਹੜੀ ਪੁਲਿਸ ਹੈ ਉਹਨਾਂ ਦਾ ਵੀ ਇਹੀ ਤਰੀਕਾ ਹੈ, ਬਾਕੀ ਜਿਹੜੇ ਅਦਾਰੇ ਨੇ ਉਹਨਾਂ ਦਾ ਵੀ ਇਹੀ ਤਰੀਕਾ ਹੈ, ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ
ਤੁਸੀਂ ਬਾਉਂਡ ਕਰ ਦਵੋਗੇ ਫਿਰ ਬਿਲਕੁਲ ਨਤੀਜੇ ਜਿਹੜੇ ਨੇ ਚੰਗੇ ਨਹੀਂ ਆਉਣਗੇ। ਇਸੇ ਕਰਕੇ ਸਾਰਾ ਕੁਝ ਹੋ ਰਿਹਾ। ਬਿਲਕੁਲ ਸੰਧੂ ਸਾਹਿਬ, ਦੇਖੋ ਅੱਜ ਬਹੁਤ ਵਧੀਆ ਇਹ ਸ਼ਲਾਘਾਯੋਗ ਹੈ ਕਿ ਅੱਜ 6000 ਕੱਚੇ ਮੁਲਾਜ਼ਮ ਪੱਕੇ ਕਰਤੇ ਜਾ ਰਹੇ ਨੇ। ਪਰ ਪਹਿਲਾਂ ਜਦੋਂ ਮਾਨ ਸਾਹਿਬ ਜਦੋਂ ਵਿਰੋਧੀ ਧਿਰ ਸੀਗੇ ਉਦੋਂ ਤਾਂ ਇਹੀ ਕਹਿੰਦੇ ਸੀ ਕਿ ਪੰਜਾਬ 'ਚ ਧਰਨੇ ਬਹੁਤ ਲੱਗਦੇ ਨੇ, ਪਰ ਸਰਕਾਰ ਵੀ ਬਦਲ ਗਈ, ਧਰਨੇ ਅੱਜ ਵੀ ਉਸੇ ਤਰੀਕੇ ਨਾਲ ਹੈ। ਕੱਲ ਹਲੇ ਹਾਈ ਕੋਰਟ ਨੇ ਕਿਹਾ ਵੀ ਟੋਲ ਪਲਾਜ਼ਿਆਂ ਤੇ ਜਿਹੜੇ ਕਿਸਾਨੀ ਧਰਨੇ ਦੇ ਬੈਠੇ ਨੇ ਉਹ ਵੀ ਟੋਲ ਪਲਾਜ਼ੇ ਖਾਲੀ ਕਰਾਓ, ਉਹ ਸਖਤ ਨਿਰਦੇਸ਼ ਦੇ। ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕਿਵੇਂ ਕਰਾਏਗੀ ਸਰਕਾਰ ਉਹ? ਦੇਖੋ ਗੱਲ ਇਹ ਆ ਕਿ ਜਿੱਥੇ ਤਾਂ ਟੋਲ ਪਲਾਜ਼ਿਆਂ ਦਾ ਟਾਈਮ ਪੂਰਾ ਹੋ ਚੁੱਕਿਆ ਉਹ ਤਾਂ ਆਪਣੇ ਆਪ ਹੀ ਜਿਹੜੇ ਨੇ ਉਹ ਫ੍ਰੀ ਹੋ ਰਹੇ ਨੇ। ਔਰ ਪਹਿਲਾਂ ਹੁੰਦਾ ਸੀ ਕਿ 6-6 ਮਹੀਨੇ ਜਿਹੜਾ ਟਾਈਮ ਵੀ ਪੂਰਾ ਹੋ ਜਾਂਦਾ ਸੀ, ਫਿਰ ਵੀ ਉਹਨਾਂ ਦਾ ਐਕਸਟੈਂਡ ਕਰ ਦਿੱਤਾ ਜਾਂਦਾ ਸੀ। ਪਰ ਪੰਜਾਬ ਵਿੱਚ ਐਵੇਂ ਦੀ ਉਦਾਹਰਨ ਕੋਈ ਵੇਖਣ ਨੂੰ ਨਹੀਂ ਮਿਲੀ। ਤੇ ਵੇਖੋ ਜੇ ਕੋਈ ਇਸ਼ੂ ਹੈ, ਬਾਕੀ ਇਸ਼ੂ ਤੇ ਡਿਪੈਂਡ ਕਰਦਾ ਕਿ ਕਿਸੇ ਵੀ ਭਾਵੇਂ ਕੋਈ ਕਿਸਾਨ ਯੂਨੀਅਨ ਕੋਈ ਧਰਨਾ ਲਗਾਉਂਦੀ ਹੈ, ਭਾਵੇਂ ਕੋਈ ਹੋਰ ਹੈ, ਕਿਉਂਕਿ ਜਿਹੜਾ ਬੋਝ ਹੈ ਉਹ ਤੁਹਾਨੂੰ ਪਤਾ ਹੈ ਕਿ ਉਹ ਫਿਰ ਕੁੱਲ ਮਿਲਾ ਕੇ ਜਨਤਾ ਤੇ ਪੈਣਾ ਹੁੰਦਾ। ਕਿਉਂਕਿ ਜਦੋਂ ਜਿਹੜਾ ਆਪਾਂ 2-4-6 ਮਹੀਨੇ ਉਹਨਾਂ ਦੇ ਵੇਸਟ ਕਰਦੇ ਆ ਤਾਂ ਉਹ ਜਿਹੜਾ ਉਹੀ ਟਾਈਮ ਹੈ ਜਿਹੜਾ ਉਹਨਾਂ ਦਾ ਫਿਰ ਜਿਹੜਾ ਐਕਸਟੈਂਡ ਕਰਨਾ ਪਊਗਾ, ਤਾਂ ਫਿਰ ਕੁਦਰਤੀ ਤੌਰ ਤੇ ਫਿਰ ਵੀ ਉਹ ਜਿਹੜਾ ਨੁਕਸਾਨ ਹੈ ਉਹਦਾ ਅਲਟੀਮੇਟਲੀ ਉਹ ਸਾਨੂੰ ਹੀ ਹੁੰਦਾ। ਮੇਰੇ ਖਿਆਲ 'ਚ ਉਹਨਾਂ ਦੀ ਟਰਮ ਜਿੰਨੀ ਛੇਤੀ ਪੂਰੀ ਹੁੰਦੀ ਹੈ ਵਧੀਆ ਉਹ ਆਪਦਾ ਸਮਾਨ ਚੱਕ ਕੇ ਲਾਂਭੇ ਹੋਣਗੇ। ਇਸ ਗੱਲ 'ਚ ਮੇਰੇ ਖਿਆਲ 'ਚ ਜਿਹੜੀ ਉਹ ਸਾਰਿਆਂ ਦੀ ਭਲਾਈ ਪੈਦਾ ਹੋਏਗੀ। ਸਰਵਨ ਸਿੰਘ ਪੰਧੇਰ ਦੀ ਕੱਲ ਮੈਂ ਉਹਨਾਂ ਦੀ ਕਿਸਾਨ ਆਗੂ ਨੇ ਉਹਨਾਂ ਦੀ ਇੱਕ ਬਾਈਟ ਸੁਣ ਰਿਹਾ ਸੀ, ਉਹ ਤਾਂ ਸਿੱਧਾ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ ਸਾਧਦੇ ਨੇ। ਉਹ ਕਹਿੰਦੇ ਇਹ ਵੀ ਕਾਰਪੋਰੇਟ ਵਾਲੀ ਸਰਕਾਰ ਬਣ ਗਈ ਹੈ। ਦੇਖੋ ਇਹ ਟ੍ਰੈਂਡ ਬਣ ਚੁੱਕਿਆ ਹੈ। ਇਹ ਵੇਖੋ ਜੇ ਕਈ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਵੀ ਸਾਡੀ ਜਿਹੜੀ ਗੱਲਬਾਤ ਹੈ ਜਿਹੜੀ ਉਹ ਚੱਲਦੀ ਤਾਂ ਰਹੇਗੀ ਜੇ ਅਸੀਂ ਸਾਰਿਆਂ ਤੇ ਅਟੈਕ ਕਰਾਂਗੇ ਬਰਾਬਰ। ਜਿਹੜਾ ਕੋਈ ਅੱਛੇ ਕੰਮ ਕਰਦਾ ਅਸੀਂ ਉਹਦਾ ਵੀ ਕੋਈ ਨਾ ਕੋਈ ਨੁਕਸ ਲੱਭੀਏ, ਕਿਉਂਕਿ ਨੁਕਸ ਲੱਭ ਨਹੀਂ ਰਹੇ। 8-9 ਮਹੀਨਿਆਂ 'ਚ 9 ਮਹੀਨਿਆਂ ਦੇ ਅੰਤਰਾਲ ਦੇ ਵਿੱਚ ਕਿਸਾਨਾਂ ਲਈ, ਮੁਲਾਜ਼ਮਾਂ ਲਈ, ਕੱਚੇ ਪੱਕੇ ਮੁਲਾਜ਼ਮਾਂ ਲਈ, ਨਵੀਆਂ ਨੌਕਰੀਆਂ ਦੇ ਖੇਤਰ 'ਚ, ਬਿਜਲੀ ਫ੍ਰੀ ਕਰਨ ਦੇ ਮਸਲੇ 'ਚ, ਕਿਸਾਨਾਂ ਨੂੰ ਨਿਰੰਤਰ ਬਿਜਲੀ ਦੇਣ ਦੇ ਮਸਲੇ 'ਚ, ਸਾਰੇ ਖੇਤਰਾਂ ਦੇ ਵਿੱਚ ਵਧੀਆ ਢੰਗ ਨਾਲ ਜਿਹੜਾ ਕੰਮ ਕੀਤਾ ਗਿਆ। ਖਾਸ ਕਰਕੇ ਕਿਸਾਨਾਂ ਨੂੰ ਜਿਹੜੀਆਂ ਮਿੱਲਾਂ ਜਿਹੜੀਆਂ ਨੇ ਉਹ ਗੰਨਾ ਮਿੱਲਾਂ ਜਿਹੜੀਆਂ ਨੇ ਉਹ ਬਹੁਤ ਦੇਰ ਤੋਂ ਜਿਹੜੀਆਂ ਬੰਦ ਸੀ, ਉਹਨਾਂ ਨੂੰ 492 ਕਰੋੜ ਰੁਪਈਆ ਜਾਰੀ ਕੀਤਾ ਗਿਆ। ਔਰ ਉਹਦੇ ਨਾਲ ਜਿਹੜਾ ਮਿੱਲਾਂ ਦਾ ਜਿਹੜਾ ਚਾਲੂ ਹੋਣ ਦਾ ਜਿਹੜਾ ਰਾਹ ਉਹ ਪੱਧਰਾ ਹੋਇਆ। ਇਸ ਕਰਕੇ ਹਰ ਖੇਤਰ ਵਿੱਚ ਜਿਹੜਾ ਕੰਮ ਹੋਇਆ, ਕੰਮ ਮੇਰੇ ਖਿਆਲ 'ਚ ਕੰਮ ਦੀ ਸਰਾਹਨਾ ਕਰਨੀ ਚਾਹੀਦੀ ਹੈ। ਮੈਂ ਤਾਂ ਇਹ ਵੀ ਕਹਿੰਦਾ ਜਦੋਂ IAS PCS ਤੇ ਕਾਰਵਾਈ ਦੀ ਕੋਈ ਗੱਲ ਚੱਲ ਰਹੀ ਸੀ ਜਾਂ ਹੜਤਾਲ ਦੀ ਗੱਲ ਚੱਲ ਰਹੀ ਸੀ, ਉਦੋਂ ਕਿਸਾਨ ਯੂਨੀਅਨ ਔਰ ਸਾਰਿਆਂ ਨੂੰ ਉਦੋਂ ਉਸ ਗੱਲ ਦੀ ਸਰਾਹਨਾ ਕਰਨਾ ਚਾਹੀਦੀ ਸੀ, ਕਿਉਂਕਿ ਆਮ ਜਨਤਾ ਨੇ ਕੀਤੀ ਹੈ। ਤੇ ਮੇਰੇ ਖਿਆਲ 'ਚ ਆਪਣੀ ਲੀਡਰੀ ਤੋਂ ਪਾਸੇ ਹੋ ਕੇ ਵੀ ਜਿਹੜਾ ਸਰਕਾਰ ਕੋਈ ਅੱਛਾ ਕੰਮ ਕਰਦੀ ਉਹਦੀ ਤਾਰੀਫ ਕਰਨੀ ਚਾਹੀਦੀ ਹੈ। ਇਹਦੇ ਨਾਲ ਸਰਕਾਰ ਨੂੰ ਬਲ ਮਿਲਦਾ, ਸਰਕਾਰ ਹੋਰ ਤਗੜੀ ਹੋ ਕੇ ਜਿਹੜਾ ਕੰਮ ਕਰਦੀ ਹੈ। ਔਰ ਇਹਨਾਂ ਚੀਜ਼ਾਂ ਤੇ ਸਾਨੂੰ ਮਿਲ ਕੇ ਪਾਰਟੀਬਾਜੀ ਜਾਂ ਆਪਦੀ ਪ੍ਰਧਾਨਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਦੇਣਾ ਚਾਹੀਦਾ। ਨਹੀਂ, ਬਿਲਕੁਲ ਗੱਲ ਤੁਹਾਡੀ ਵਾਜਬ ਹੈ ਸੰਧੂ ਸਾਹਿਬ। ਦੇਖੋ ਜਿਹੜਾ PCS ਨੂੰ ਲੈ ਕੇ ਜਿਹੜਾ ਰੁਖ ਸਰਕਾਰ ਨੇ ਅਪਣਾਇਆ ਵਾਕਈ ਉਹ ਸ਼ਲਾਘਾਯੋਗ ਹੈ, ਕਿਉਂਕਿ ਇਸ ਨਾਲ ਜਿਹੜੇ ਇਮਾਨਦਾਰ ਲੋਕ ਨੇ, ਇਮਾਨਦਾਰ ਅਫਸਰ ਨੇ, ਉਹਨਾਂ ਨੂੰ ਇੱਕ ਜ਼ਰੂਰ ਸਰਕਾਰ 'ਚ ਵਿਸ਼ਵਾਸ ਹੋਇਆ ਵੀ ਕਿ ਇਮਾਨਦਾਰੀ ਨਾਲ ਜੇ ਅਸੀਂ ਕੰਮ ਕਰਾਂਗੇ ਤਾਂ ਵਾਕਈ ਚੀਜ਼ਾਂ ਸਹੀ ਹੋਣਗੀਆਂ। ਇਸ 'ਚ ਕੋਈ ਦੋ ਰਾਏ ਨਹੀਂ। ਪਰ ਇਸ ਟਾਈਮ ਅਗਰ ਆਪਾਂ ਵੀ ਗੱਲ ਕਰੀਏ ਤੇ ਧਰਨੇ, ਜੀਰਾ ਫੈਕਟਰੀ ਵਾਲਾ ਧਰਨਾ, ਇਨਸਾਫ ਮੋਰਚਾ ਇੱਕ ਧਰਨਾ, ਮੋਹਾਲੀ ਦੇ ਬਰੂਹਾਂ ਤੇ ਕਿਸਾਨ ਬੈਠੇ ਨੇ ਉੱਥੇ ਇੱਕ ਧਰਨਾ, ਟੋਲ ਟੈਕਸ ਤੇ ਉੱਥੇ ਧਰਨਾ, ਆ 4-5 ਧਰਨੇ ਇਹੋ ਜਿਹੇ ਨੇ ਜਿਹੜੇ ਕਿ ਮੇਨ ਮੁੱਦੇ ਨੇ ਇਸ ਟਾਈਮ ਸਰਕਾਰ ਵਾਸਤੇ, ਜਿਹੜਾ ਚੈਲੰਜ ਬਣੇ ਹੋਏ ਨੇ, ਜਿਨ੍ਹਾਂ ਨੂੰ ਹਾਲੇ ਤੱਕ, ਕਿਉਂਕਿ ਜੀਰਾ ਫੈਕਟਰੀ ਇੱਕ ਬਹੁਤ ਵੱਡਾ ਧਰਨਾ ਬਣਿਆ ਹੋਇਆ, ਉੱਥੇ ਧਾਲੀਵਾਲ ਜੀ ਵੀ ਚਲੇ ਗਏ, ਕਿਸੇ ਵੀ ਤਰੀਕੇ ਨਾਲ ਉੱਥੇ ਵਿਚਲਾ ਕੋਈ ਰਾਹ ਨਹੀਂ ਨਿਕਲ ਰਿਹਾ। ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਿੰਨਾ ਕੁ ਸਮਾਂ ਹੋਰ ਲੱਗੇਗਾ? ਵਾਰ-ਵਾਰ ਲੋਕ ਤਾਂ ਫਿਰ ਇਹ ਕਹਿ ਦਿੰਦੇ ਨੇ ਕਿ ਜਦੋਂ ਸਰਕਾਰ 'ਚ ਨਹੀਂ ਸੀ ਤਾਂ ਸ਼ਾਇਦ ਹੋ ਸਕਦਾ ਕਿ ਮਾਨ ਸਾਹਿਬ ਉਸੇ ਧਰਨੇ 'ਚ ਸ਼ਮੂਲੀਅਤ ਵੀ ਕਰਦੇ। ਅੱਜ ਜੇ ਮਾਨ ਸਾਹਿਬ ਇੱਧਰ ਨੇ ਤਾਂ ਸ਼ਾਇਦ ਉਹਨਾਂ ਨੂੰ ਦਰਦ ਨਹੀਂ ਸਮਝ ਲੱਗ ਰਿਹਾ। ਇੱਕ ਵੀ ਮਸਲਾ ਜਿਹੜਾ ਹੈ ਉਹ ਕੋਈ ਨਵਾਂ ਮਸਲਾ ਨਹੀਂ ਹੈਗਾ। ਸਾਰੇ ਮਸਲੇ ਜਿਹੜੇ ਨੇ, ਜੀਰਾ ਫੈਕਟਰੀ ਲੱਗੀ ਹੈ ਉੱਥੇ MLA ਜਿਹੜਾ ਦੀਪ ਮਲਹੋਤਰਾ, ਇਹ ਪੁਰਾਣੀਆਂ ਸਰਕਾਰਾਂ ਦੇ ਜਿਹੜੇ MLA ਨੇ ਉਹਨਾਂ ਦੀਆਂ ਲੱਗੀਆਂ ਹੋਈਆਂ ਫੈਕਟਰੀਆਂ ਨੇ। ਪਰ ਇਹਦੇ ਨਾਲ ਵੇਖੋ ਗੱਲ ਇਹ ਹੈ ਕਿ ਉਹਦੇ ਹੱਲ ਲੱਭਣੇ ਜ਼ਰੂਰੀ ਨੇ। ਉੱਥੇ ਪਾਣੀ ਦਾ ਪ੍ਰਬੰਧ ਜਿਹੜਾ ਉਹ ਵੀ ਹੋਣਾ ਜ਼ਰੂਰੀ ਹੈ, ਔਰ ਉੱਥੇ ਟ੍ਰੀਟਮੈਂਟ ਪਲਾਂਟ ਵੀ ਲੱਗਣਾ ਚਾਹੀਦਾ। ਔਰ ਜੇਕਰ
ਅਸੀਂ ਇਸੇ ਗੱਲ ਤੇ ਸ਼ਰਤ ਤੇ ਅੜ ਕੇ ਬਹਿ ਜਾਂਦੇ ਆ ਵੀ ਹਾਂ ਵੀ ਫੈਕਟਰੀ ਹੀ ਬੰਦ ਹੋਣੀ ਚਾਹੀਦੀ ਹੈ, ਉੱਤੋਂ ਹਾਈ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਹੋਣ, ਤੇ ਤੁਸੀਂ ਨਿਆਂਪਾਲਿਕਾ ਦੇ ਉਲਟ ਜਾ ਕੇ ਸਰਕਾਰ ਜਿਹੜੀ ਹੈ ਉਹ ਕੰਮ ਕਰੇ, ਇਹ ਵੀ ਕਿਸੇ ਤਰੀਕੇ ਨਾਲ ਸ਼ੋਭਦਾ ਨਹੀਂ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਸਗੋਂ ਉਹਨਾਂ ਤੇ ਕਾਰਵਾਈ ਕਰਾਂਗੇ ਤਾਂ ਵੰਡਾਟਾ ਪੋਲਿਟਿਕਸ ਹੀ ਵੱਜੂਗੀ। ਔਰ ਤੀਜੀ ਗੱਲ ਜਿਹੜੀ ਇਹਦਾ ਅਸਰ ਪਏਗਾ ਬਹੁਤ ਵੱਡਾ, ਅਸੀਂ ਬਾਹਰੋਂ ਇਨਵੈਸਟਰਸ ਨੂੰ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਨਵੈਸਟ ਕਰੋ, ਤੁਹਾਨੂੰ ਅਸੀਂ ਵਧੀਆ ਮਾਹੌਲ ਦੇਵਾਂਗੇ, ਤੁਹਾਨੂੰ ਅਸੀਂ ਰਿਆਇਤਾਂ ਦੇਵਾਂਗੇ, ਤੁਸੀਂ ਇੱਥੇ ਆਓ, ਵੱਧ ਤੋਂ ਵੱਧ ਫੈਸਿਲਿਟੀ ਨਾਲ ਤੁਹਾਨੂੰ ਇੱਥੇ ਪੈਰਾਂ ਸਿਰ ਕਰਨ ਦੀ ਅਸੀਂ ਭਰਪੂਰ ਜਿੰਨੀ ਵੀ ਅਸੀਂ ਕੋਸ਼ਿਸ਼ ਕਰ ਸਕੇ ਅਸੀਂ ਕਰਾਂਗੇ, ਅਸੀਂ ਤੁਹਾਡੇ ਨਾਲ ਖੜੇ ਹਾਂ। ਕਿੱਥੇ ਉਹਨਾਂ ਨੂੰ ਅਸੀਂ ਬਾਹਰ ਜਾ ਜਾ ਕੇ ਭਰੋਸੇ ਦਿੰਦੇ ਹਾਂ ਔਰ ਉਹਨਾਂ ਦੇ ਨੂੰ ਅਸੀਂ ਪ੍ਰੇਰਿਤ ਕਰਕੇ, ਤੇ ਦੇਸੀ ਸ਼ਬਦਾਂ ਵਿੱਚ ਤੁਸੀਂ ਤਰਲੇ ਸ਼ਬਦ ਵੀ ਕਹਿ ਦਿੰਦੇ ਹੋ, ਤੇ ਕਰਕੇ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਹਰ ਇੱਕ ਨੂੰ। ਔਰ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਜਿਵੇਂ 8-9 ਮਹੀਨੇ ਵਿੱਚ ਫੈਸਲੇ ਹੋਏ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਵੀ ਹਾਂ ਅਸੀਂ ਮੁੜ ਆਈਏ। ਅੱਤਵਾਦ ਦੇ ਟਾਈਮ ਦੇ ਲੋਕ ਕਿੰਨੇ ਜਿਹੜੇ ਨੇ ਪੰਜਾਬ ਤੋਂ ਬਾਹਰ ਚਲੇ ਗਏ ਸਨ, ਉਹ ਸਾਰੇ ਅੱਜ ਜਿੰਨਾ ਇੱਥੇ ਦਾ ਸੈਲਰ ਜਾਂ ਹੋਰ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਨੇ ਪੰਜਾਬ ਨੂੰ ਉਦੋਂ ਛੱਡ ਗਈਆਂ ਸਨ, ਉਤੋਂ ਕੇਂਦਰ ਦੀਆਂ ਨੀਤੀਆਂ ਜਿਹੜੀਆਂ ਅਜਿਹੀਆਂ ਸਨ ਕਿ ਜਿਹਦੇ ਵਿੱਚ ਜਿਹੜਾ ਨਾਲ ਦੇ ਪਹਾੜੀ ਸੂਬਿਆਂ ਨੂੰ ਜਿਹੜੀਆਂ ਰਿਆਇਤਾਂ ਜਿਹੜੀਆਂ ਨੇ ਕੇਂਦਰ ਵੱਲੋਂ ਜ਼ਿਆਦੀਆਂ ਦੇ ਦਿੱਤੀਆਂ ਗਈਆਂ ਸਨ, ਔਰ ਉਹ ਟੈਕਸ ਛੂਟ ਹੋਣ ਕਰਕੇ ਪੰਜਾਬ ਦੀ ਜਿਹੜੀ ਹੈਗੀ ਹੈ ਇੰਡਸਟਰੀ ਉਹ ਪਲਾਇਨ ਕਰ ਗਈ ਸੀ ਇੱਥੋਂ। ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਵਾਪਿਸ ਲੈ ਕੇ ਆਉਣਾ ਹੈ। ਤਾਂ ਫਿਰ ਤੁਸੀਂ ਦੱਸੋ ਵੀ ਜਿਹੜੇ ਪਹਿਲਾਂ ਤੋਂ ਇੱਥੇ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ, ਕੋਈ ਇੰਡਸਟਰੀ ਲੱਗੀ ਹੋਈ ਹੈ, ਫੈਕਟਰੀਆਂ ਲੱਗੀਆਂ ਹੋਈਆਂ, ਅਸੀਂ ਉਹਨਾਂ ਨੂੰ ਜਬਰਨ ਅਸੀਂ ਉਹਨਾਂ ਨੂੰ ਕਵਾਂਗੇ ਕਿ ਪੰਜਾਬ ਚੋਂ ਨਿਕਲ ਜਾਓ, ਤੇ ਜਿਹੜੇ ਨਵਿਆਂ ਨੇ ਆਉਣਾ ਉਹਨਾਂ ਤੇ ਕੀ ਅਸਰ ਹੋਊਗਾ, ਸਾਨੂੰ ਇਹ ਵੀ ਸੋਚਣਾ ਪਊਗਾ। ਅੱਜ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਵਿੱਚ ਜਾ ਰਹੇ ਨੇ, +2 ਕਰਦੇ ਹੀ ਜਾ ਰਹੇ ਨੇ, ਔਰ +2 ਕਰਨ ਤੋਂ ਪਹਿਲਾਂ ਹੀ ਇਹ ਸੋਚਣਾ ਸ਼ੁਰੂ ਕਰ ਦਿੰਦੇ ਨੇ ਵੀ ਅਗਲੇ 2 ਸਾਲ ਤੱਕ +2 ਹੋ ਜਾਣੀ ਤੇ ਆਪਾਂ ਸਾਡਾ ਮੁੰਡਾ ਜਿਹੜਾ ਅਸੀਂ ਕੈਨੇਡਾ ਭੇਜ ਦੇਣਾ। ਸੋ ਜੇ ਇਹਨਾਂ ਨੂੰ ਅਸੀਂ ਮਾਹੌਲ ਨਹੀਂ ਦੇਵਾਂਗੇ, 10-10 ਹਜ਼ਾਰ ਪਿੱਛੇ ਆਊਟਸੋਰਸ ਲੱਗਣ ਵਾਸਤੇ ਲੀਡਰਾਂ ਦੇ ਫੋਨ ਕਰਾਉਂਦੇ ਆ ਕਿ ਸਾਡਾ ਮੁੰਡਾ ਜਿਹੜਾ ਫਲਾਣੇ ਥਾਂ ਤੇ, ਫੈਕਟਰੀਆਂ ਦੇ ਵਿੱਚ ਦੇਖੋ ਸਰਕਾਰੀ ਨੌਕਰੀਆਂ ਤਾਂ ਬਹੁਤ ਵੱਡੀ ਗੱਲ ਹੈ, ਸਾਡੇ ਕੋਲ ਆਉਂਦੇ ਨੇ ਲੋਕ ਫੈਕਟਰੀ ਦੇ ਵਿੱਚ, ਸਾਡਾ ਮੁੰਡਾ ਜਿਹੜਾ ਜੀ ਉੱਥੇ ਰਖਾ ਦਿਓ ਜੀ, ਆਹ ਉਹਦਾ ਨੰਬਰ ਹੈ, ਤੁਸੀਂ ਇੱਕ ਕਾਲ ਕਰ ਦਿਓ ਪਲੀਜ਼, ਸਾਡਾ ਕੋਈ ਫਾਇਦਾ ਹੋ ਜੇ। ਤੇ ਮਤਲਬ ਕਿ ਜੇ ਤੁਸੀਂ 10-10 ਹਜ਼ਾਰ ਪਿੱਛੇ 12-15 ਹਜ਼ਾਰ ਪਿੱਛੇ ਅਸੀਂ ਮਿੰਨਤਾਂ ਕਰਦੇ ਫਿਰਦੇ ਹਾਂ, ਆਹ ਪੋਜੀਸ਼ਨ ਬਣੀ ਹੋਈ ਹੈ, ਤਾਂ ਫਿਰ ਵੇਖੋ ਉਹਨਾਂ ਇਨਵੈਸਟਰਸ ਨੂੰ ਜੇ ਤੁਸੀਂ ਜਬਰਨ ਕੱਢ ਦੋਗੇ ਤਾਂ ਉਹਦਾ ਕਿੱਡਾ ਵੱਡਾ ਜਿਹੜਾ ਅਸਰ ਹੈ, ਜਿਹੜਾ ਉਹ ਮਾੜਾ ਪ੍ਰਭਾਵ ਜਿਹੜਾ ਪੰਜਾਬ ਸਰਕਾਰ ਤੇ ਵੀ ਔਰ ਪੰਜਾਬ ਤੇ ਵੀ ਜਿਹੜਾ ਪਵੇਗਾ। ਇਸ ਕਰਕੇ ਪੰਜਾਬ ਦੇ ਲੋਕਾਂ ਦਾ ਔਰ ਜੇ ਪੰਜਾਬ ਦਾ ਪੰਜਾਬੀਅਤ ਦਾ ਅਸੀਂ ਜੇ ਬਿਹਤਰੀ ਚਾਹੁੰਦੇ ਹਾਂ ਤਾਂ ਕੁਦਰਤੀ ਤੌਰ ਤੇ ਸਾਨੂੰ ਅੱਛਾ ਮਾਹੌਲ ਬਣਾ ਕੇ ਰੱਖਣਾ ਪਵੇਗਾ। ਇਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਔਰ ਸਾਰਿਆਂ ਦੀ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਆਪੋ ਆਪਣਾ ਰੋਲ ਉਹਦੇ ਵਿੱਚ ਪਲੇ ਕਰੀਏ। ਤੇ ਕਿਸਾਨ ਯੂਨੀਅਨ ਵੀ, ਕਿਉਂਕਿ ਪੰਜਾਬ ਦੀਆਂ ਨੇ, ਪੰਜਾਬੋਂ ਬਾਹਰ ਤਾਂ ਹੈ ਨਹੀਂ। ਔਰ ਦੂਜੀ ਗੱਲ, ਜਿਹੜਾ ਉੱਥੇ ਜੇ ਕੋਈ ਪਾਣੀ ਦਾ ਮਸਲਾ ਹੈ ਤਾਂ ਪਾਣੀ ਵੇਖੋ ਘੱਟੋ ਘੱਟ 15 ਸਾਲ ਉਹਨੂੰ ਪਾਣੀ ਨੂੰ ਸਾਫ਼ ਹੁੰਦਿਆਂ ਲੱਗ ਜਾਣਗੇ ਜੇ ਅੱਜ ਵੀ ਟ੍ਰੀਟਮੈਂਟ ਪਲਾਂਟ ਉੱਥੇ ਲਗਾਉਂਦੇ ਆ। ਇਹਦੇ ਲਈ ਟਾਈਮ ਲੱਗੇਗਾ। ਜੇ ਆਪਾਂ ਕਹਿ ਦਈਏ ਕਿ ਹੁਣ ਸਵੇਰੇ ਹੀ ਪਾਣੀ ਸਾਫ਼ ਹੋ ਜਾਏਗਾ, ਇਹੋ ਜਿਹਾ ਤਾਂ ਹੋਣ ਨਹੀਂ ਲੱਗਾ। ਘੱਟੋ ਘੱਟ 10-15 ਸਾਲ ਉਹਨੂੰ ਪਾਣੀ ਨੂੰ ਸਾਫ਼ ਹੁੰਦਿਆਂ ਲੱਗ ਜਾਣਗੇ। ਟ੍ਰੀਟਮੈਂਟ ਪਲਾਂਟ ਲੱਗਣਾ ਚਾਹੀਦਾ ਔਰ ਲੋਕਾਂ ਨੂੰ ਜਿਹੜਾ ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲਣਾ ਚਾਹੀਦਾ। ਫਿਲਹਾਲ ਇਹ ਚੀਜ਼ ਹੋਣੀ ਚਾਹੀਦੀ ਹੈ। ਔਰ ਬਾਕੀ ਜਿਹੜੀਆਂ ਕੋਰਟ ਦੀਆਂ ਹਦਾਇਤਾਂ ਤੋਂ ਬਾਹਰ ਕਿਵੇਂ ਹੋਇਆ ਜਾ ਸਕਦਾ ਹੈ, ਤੁਸੀਂ ਵੀ ਸਮਝਦੇ ਹੋ। ਪੁਰਾਣੀਆਂ ਸਰਕਾਰਾਂ ਜਿਨ੍ਹਾਂ ਦੇ ਹੁੰਦਿਆਂ ਇਹ ਸਾਰਾ ਕੁਝ ਚੱਲਦਾ ਰਿਹਾ, ਪਾਣੀ ਗੰਧਲਾ ਹੁੰਦਾ ਰਿਹਾ, ਜਿਹੜੇ ਜ਼ਿੰਮੇਵਾਰ ਸਨ, ਬਾਬਾ ਬਿਧੀ ਚੰਦ ਜਿਨ੍ਹਾਂ ਦੇ ਉੱਥੇ ਡੇਰੇ ਤੇ ਜਿੱਥੇ ਪਤਾ ਲੱਗਾ ਕਿ ਬੋਰ ਚਲਾਇਆ ਤੇ ਪਾਣੀ ਜਿਹੜਾ ਸ਼ਰਾਬ ਦੀ ਮੁਸ਼ਕ ਵੱਜੀ, ਜਿੱਥੋਂ ਗੱਲ ਜਿਹੜੀ ਹੈ ਉਹ ਫੈਲੀ, ਤੇ ਉਸ ਤੋਂ ਬਾਅਦ ਇਹ ਧਰਨੇ ਦਾ ਰੂਪ ਅਖਤਿਆਰ ਕੀਤਾ। ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਗਰਾਊਂਡ 'ਚ ਜਿਹੜਾ ਥੱਲੇ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਕੋਈ ਇਹ ਥੋੜੀ ਹੈ ਕਿ 6 ਮਹੀਨੇ 7 ਮਹੀਨੇ 'ਚ ਕਿਤੇ ਗੰਧਲਾ ਹੋ ਗਿਆ। ਇਸ ਕਰਕੇ ਇਹ ਜਿਹੜੇ ਲੋਕ ਇਹਦੇ ਲਈ ਜ਼ਿੰਮੇਵਾਰ ਸਨ, ਉਹ ਬਹੁਤ ਮਾੜੀ ਗੱਲ ਸੀ ਵੀ ਉਹ ਰਲ ਮਿਲ ਕੇ ਕੰਮ ਚਲਾਈ ਜਾਂਦੇ ਸਨ। ਪਰ ਫਿਲਹਾਲ ਜੋ ਅਸੀਂ ਉਹਨਾਂ ਲਈ ਪ੍ਰਬੰਧ ਕਰ ਸਕਦੇ ਹਾਂ, ਸਾਨੂੰ ਉਧਰ ਨੂੰ ਵਧਣਾ ਚਾਹੀਦਾ, ਨਾ ਕਿ ਕਿਸੇ ਅੜੀ ਵੱਲ ਹੋ ਕੇ ਪੰਜਾਬ ਦਾ ਨੁਕਸਾਨ ਕਰੀਏ। ਬਿਲਕੁਲ ਇੰਦਰਜੀਤ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ। ਉਮੀਦ ਕਰਦੇ ਹਾਂ ਕਿ ਫਿਰ ਕਿਸੇ ਮੁੱਦੇ ਤੇ ਤੁਹਾਡੇ ਨਾਲ
ਚਰਚਾ ਜ਼ਰੂਰ ਹੁੰਦੀ ਰਹੇਗੀ। ਤੁਹਾਨੂੰ ਲੋਹੜੀ ਦੀਆਂ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ। ਧੰਨ। ਤਾਂ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।